ਆਪਾਂ ਡਿਫਾਈਨ ਇਹ ਕਰ ਰਹੇ ਸੀਗੇ ਕਿ ਲੈਂਸ ਮੇਕਰ ਫਾਰਮੂਲਾ ਯੂਜ਼ ਕੀਤਾ ਜਾਂਦਾ ਟੂ ਡਿਟਰਮਿਨ ਦਾ ਕਹਿੰਦਾ ਜੀ ਪਾਵਰ ਆਫ ਏ ਲੈਂਸ, ਠੀਕ ਹੈ, along with ਦਾ ਕਹਿੰਦਾ ਜੀ ਰੇਡੀਅਸ ਆਫ ਕਰਵੇਚਰ ਆਫ ਦਾ ਲੈਂਸਸ। ਮਤਲਬ ਕਿਸੇ ਵੀ ਲੈਂਸ ਦੀ ਜਿਹੜੀ ਕਰਵੇਚਰ ਹੈਗੀ ਆ ਉਹਦੇ ਅਕੋਰਡਿੰਗਲੀ ਲੈਂਸ ਦੀ ਪਾਵਰ ਕਿੰਨੀ ਆ। ਸੋ ਮਤਲਬ ਉਹ ਮੇਨ ਪਾਵਰ ਆਫ ਲੈਂਸ ਨੂੰ ਰੇਡੀਅਸ ਆਫ ਕਰਵੇਚਰ ਨਾਲ ਤੇ ਰਿਫਰੈਕਟਿਵ ਇੰਡੈਕਸ ਦੇ ਨਾਲ ਰਿਲੇਟ ਕਰਦਾ ਵਾ। ਤੇ ਜਿਹੜਾ ਲੈਂਸ ਫਾਰਮੂਲਾ ਵਾ ਉਹ ਤੁਹਾਡੇ ਕੋਲ ਐਸਾ ਚ ਆਬਜੈਕਟ ਡਿਸਟੈਂਸ, ਇਮੇਜ ਡਿਸਟੈਂਸ ਤੇ ਫੋਕਲ ਲੈਂਥ ਨੂੰ ਰਿਲੇਟ ਕਰਦਾ। ਮਤਲਬ ਆਬਜੈਕਟ ਮੈਂ ਕਿੱਥੇ ਰੱਖਾਂ, ਕਨਵੈਕਸ ਜਾਂ ਕਨਕੇਵ ਲੈਂਸ ਦੇ ਇਨ ਫਰੰਟ, ਤੇ ਉਹਦੀ ਇਮੇਜ ਕਿੱਥੇ ਬਣੇਗੀ, ਹਨਾ। ਇਹਨਾਂ ਚੀਜ਼ਾਂ ਨੂੰ ਅਸੀਂ ਐਸ ਚ ਰਿਲੇਟ ਕਰਦੇ ਆ, ਠੀਕ ਹੈ, ਆਬਜੈਕਟ ਡਿਸਟੈਂਸ, ਇਮੇਜ ਡਿਸਟੈਂਸ ਤੇ ਫੋਕਲ ਲੈਂਥ ਦੀ ਫਾਰਮ ਚ। ਕਿ ਇੰਨੀ ਗੱਲ ਕਲੀਅਰ ਆ? यस सर। यस सर। ਚਲੋ ਤੇ ਮਤਲਬ ਇਹਦੇ ਵੀ 3 ਟੌਪਿਕ ਬਣਨੇ ਆ ਔਰ ਤਿੰਨਾਂ ਦੇ ਅੰਦਰ ਇੱਕ ਲਾਈਨ ਫਿਰ ਦੁਬਾਰਾ ਕਵਾਂਗਾ ਕਿ ਵੀ ਡਾਇਗਰਾਮ, ਰੇ ਡਾਇਗਰਾਮ ਚੇਂਜ ਹੋਣੀ ਆ, ਮੈਥਮੈਟੀਕਲ ਡੈਰੀਵੇਸ਼ਨ ਦਾ ਮੈਥਡ ਜਿਹੜਾ ਵਾ ਉਹ ਤਿੰਨਾਂ ਟੌਪਿਕ ਚ ਆਪਣਾ ਸੇਮ ਹੀ ਚੱਲਣਾ ਵਾ। ਓਕੇ ਜੀ, ओके सर। ਚਲੋ ਇੱਕ ਸੈਕਿੰਡ, ਜਿਹੜੇ ਲੇਟ ਜੁਆਇਨਰ ਹੈ ਨਾ ਇਹਨਾਂ ਦਾ ਬੜਾ ਪੰਗਾ। गुड इवनिंग सर। ਗੁੱਡ ਇਵਨਿੰਗ ਦੇ ਲੱਗਦੇ ਹੋ 4:10 ਗਏ ਹੋ। सर केमिस्ट्री क्लास होंगी। सर क्लास लगी हुई। गुड इवनिंग सर। ਗੁੱਡ ਇਵਨਿੰਗ ਕੋਲ ਆਣਾ। ਨੈਕਸਟ ਟਾਪਿਕ ਹੈਗਾ ਹੁਣ ਆਪਣੇ ਕੋਲ ਲੈਂਸ ਫਾਰਮੂਲਾ। ਲੈਂਸ ਫਾਰਮੂਲਾ ਬੇਟਾ ਐਸ ਚ 3 ਪਾਰਟ ਚ ਡਿਵਾਈਡ ਕਰਕੇ ਚੱਲਾਂਗੇ। ਇੱਕ ਲੈਂਸ ਫਾਰਮੂਲਾ ਆਪਣੇ ਕੋਲ ਬਣ ਜਾਣਾ ਕਨਵੈਕਸ ਲੈਂਸ ਲਈ, ਇੱਕ ਕਨਵੈਕਸ ਲੈਂਸ ਲਈ ਫਾਰਮੂਲਾ ਬਣੇਗਾ ਔਰ ਕਨਵੈਕਸ ਲੈਂਸ ਦੇ ਅੰਦਰ ਇਹਦੇ 2 ਕੇਸਿਸ ਬਣਨੇ ਆ, ਇੱਕ ਰੀਅਲ ਇਮੇਜ ਵਾਸਤੇ ਤੇ ਇੱਕ ਵਰਚੁਅਲ ਵਾਸਤੇ। ठीक है, एक रियल इमेज आ जाएगी और एक चीज बार बार कह रहे हैं, सिर्फ रे डायग्राम चेंज होनी है, ठीक है जी, सिर्फ रे डायग्राम चेंज होनी है, अदरवाइज मैथमेटिकल डेरिवेशन का मेथड सेम रहेगा। हुण आपां एसएच सब तो पहला ले रहे लेंस मेकर लेंस फार्मूला, ठीक है, कन्वेक्स लेंस और ओदी रियल इमेज लई ਉਹ ਅਸੀਂ ਡਿਫਾਈਨ ਕਰਦੇ ਹਾਂ ਕਿ ਤੁਹਾਡੇ ਕੋਲ ਐਸਐਚ ਇੱਕ ਕੋਈ ਲੈਂਸ ਗਿਵਨ ਆ, ਕਨਵੈਕਸ ਲੈਂਸ ਕੁਝ ਫੋਕਲ ਲੈਂਥ ਦਾ ਗਿਵਨ ਆ, ਤੇ ਇਸ ਲੈਂਸ ਨੇ ਜਦੋਂ ਰੀਅਲ ਇਮੇਜ ਬਣਾਣੀ ਆ, ਇਹ ਚ ਇਮੇਜ ਕਦੋਂ ਕਿੱਥੇ ਬਣਦੀ, ਇੱਕ ਵਾਰੀ ਉਹ ਜਲਦੀ ਜਲਦੀ ਦੱਸਦਾ ਪਿਆ। ਇਹਦੇ ਚ ਇੱਕ ਇਹਦਾ ਆਪਟੀਕਲ ਸੈਂਟਰ ਆ ਜਾਏਗਾ, ਇੱਕ ਇਹਦਾ ਫੋਕਸ ਪੁਆਇੰਟ ਆ ਜਾਏਗਾ, ਠੀਕ ਹੈ, ਇੱਕ ਤੁਹਾਡੇ ਕੋਲ ਇਹਦੇ ਅੰਦਰ ਅਸੀਂ ਕਹਿੰਦੇ ਜੀ 2f ਆ ਜਾਏਗਾ, ਯਾਨੀ ਡਬਲ ਦਾ ਫੋਕਲ ਲੈਂਥ ਆ ਜਾਏਗਾ, ਔਰ ਇੱਕ ਪੁਆਇੰਟ ਆਪਣੇ ਕੋਲ ਇਹਦਾ ਜਿਹੜਾ ਉਹ ਇਨਫਿਨਿਟੀ ਦਾ ਹੋਏਗਾ। ਇਹਨਾਂ ਕਲੀਅਰ ਆ? यस सर। यस सर। ਹੁਣ ਜੇ ਆਬਜੈਕਟ ਮੇਰਾ, ਠੀਕ ਹੈ ਜੀ, ਮਿਰਰ ਨਾਲੋਂ ਫਰਕ ਇਹ ਆ, ਮਿਰਰ ਚ ਰੀਅਲ ਇਮੇਜ ਮਿਰਰ ਦੇ ਸੇਮ ਸਾਈਡ ਬਣਦੀ ਸੀ, ਲੈਂਸ ਦੇ ਵਿੱਚ ਰੀਅਲ ਇਮੇਜ ਅਦਰ ਸਾਈਡ ਜਾ ਕੇ ਬਣਨੀ ਆ। ਇਹੀ ਸੇਮ ਸਿਮੈਟ੍ਰਿਕ ਪੁਆਇੰਟ ਜਿਹੜੇ ਨੇ ਇਹ ਦੂਜੀ ਸਾਈਡ ਤੇ ਵੀ ਆਣੇ ਆ ਬੇਟਾ, ਠੀਕ ਹੈ। ਹੁਣ ਜੇ ਆਬਜੈਕਟ ਮੇਰਾ ਇਨਫਿਨਿਟੀ ਤੇ ਕੰਸੀਡਰ ਹੋਏਗਾ, ਠੀਕ ਹੈ ਜੀ, ਤੇ ਇਹਦੀ ਇਮੇਜ ਜਿਹੜੀ ਹੋਏਗੀ ਉਹ ਐਸ ਐਚ ਮੇਰੇ ਕੋਲ ਫੋਕਸ ਤੇ ਆ ਜਾਊ। ਜੇ ਆਬਜੈਕਟ ਮੇਰੇ ਕੋਲ ਕਹਿੰਦਾ ਜੀ ਐਸ ਐਚ ਫੋਕਸ ਤੋਂ ਇਨਫਿਨਿਟੀ ਤੋਂ ਅੱਗੇ ਤੇ ਬਿਯੋਂਡ 2f ਹੋਏਗਾ, ਇਹਦੀ ਇਮੇਜ ਬਿਟਵੀਨ f ਐਂਡ 2f ਹੋ ਜਾਏਗੀ। ਔਰ ਜਿੱਦਾਂ ਜਿੱਦਾਂ ਆਬਜੈਕਟ ਲੈਂਸ ਦੇ ਨੀਅਰ ਬਾਈ ਆਂਦਾ ਜਾਏਗਾ, ਇਮੇਜ ਦਾ ਸਾਈਜ਼ ਲਾਰਜ ਹੋਈ ਜਾਣਾ, ਠੀਕ ਹੈ। ਇਹਦਾ ਮਤਲਬ ਜੇ ਆਬਜੈਕਟ ਮੇਰਾ 2f ਤੇ ਆ ਗਿਆ, ਠੀਕ ਹੈ ਜੀ, ਤੇ ਇਸ ਵੇਲੇ ਇਮੇਜ ਦਾ ਸਾਈਜ਼ ਆਬਜੈਕਟ ਦੇ ਸਾਈਜ਼ ਦੇ ਬਰਾਬਰ ਹੋ ਜਾਊਗਾ, ਯਾਨੀ ਜਿੰਨਾ ਤੁਹਾਡਾ ਆਬਜੈਕਟ ਆ ਉਡੀ ਹੀ ਤੁਹਾਡੀ ਇਮੇਜ ਆ। और जे ऑब्जेक्ट बिटवीन 2f एंड f आ गया ते इस केस दे अंदर ऑब्जेक्ट नालों इमेज वड्डी होनी शुरू हो जानी है, यानी इस केस च इमेज मेरे को बैक जाएगी तो लार्ज साइज आ जाएगी। जदों ऑब्जेक्ट थोड़ा f ते आ गया, इमेज मेरे को एनलार्ज साइज होएगी, इमेज मेरे को एनलार्ज साइज होएगी, ठीक है। और इस केस च इमेज मेरे को जेडी कहना जी इनफिनिटी ते आ जाएगी। ਇਹਨਾਂ ਸਾਰੇ 5 ਦੇ 5 ਕੇਸਿਸ ਦੇ ਅੰਦਰ ਤੁਹਾਡੀ ਜਿਹੜੀ ਇਮੇਜ ਆ, ਠੀਕ ਹੈ, ਉਹ ਰੀਅਲ ਆ, ਇਨਵਰਟਡ ਆ, ਠੀਕ ਹੈ, ਔਰ ਸਾਈਜ਼ ਉਹਦਾ ਵੇਰੀ ਕਰਦਾ ਜਾਏਗਾ ਅਕੋਰਡਿੰਗ ਟੂ ਦਾ ਲੋਕੇਸ਼ਨ ਆਫ ਦਾ ਆਬਜੈਕਟ। ਔਰ ਜਦੋਂ ਆਬਜੈਕਟ ਬਿਟਵੀਨ f ਐਂਡ c ਆਏਗਾ,
यानी ਜਦੋਂ ਆਬਜੈਕਟ ਇਹਦੇ ਇਨ ਬਿਟਵੀਨ ਆ ਜਾਏਗਾ, ਇਸ ਕੇਸ ਦੇ ਅੰਦਰ ਇਹਦੀ ਇਮੇਜ ਵਰਚੁਅਲ ਆ, enlarge ਆ, ਠੀਕ ਹੈ, ਐਂਡ ਔਨ ਦਾ ਸੇਮ ਸਾਈਡ ਆ। यानी इस केस ਦੇ ਅੰਦਰ ਇਹਦੀ ਐਸ ਐਚ enlarge ਇਮੇਜ ਇਹਦੇ ਬੈਕ ਦੇ ਉੱਤੇ ਕਿਤੇ ਕਹਿੰਦਾ ਜੀ ਬਣਨੀ ਹੈ। क्या ਇੰਨੀ ਗੱਲ ਕਲੀਅਰ? Yes, sir. Yes, sir. ਸੋ ਫਿਰ ਜਦੋਂ ਤੁਸੀਂ ਰੀਅਲ ਇਮੇਜ ਦਾ ਕੇਸ ਲੈਣਾ ਹੋਏਗਾ, ਆਬਜੈਕਟ ਹਮੇਸ਼ਾ ਫੋਕਸ ਦੇ ਬਿਯੋਂਡ ਅਸੀਂ ਕਿਤੇ ਵੀ ਰੱਖ ਕੇ ਉਹਦਾ ਕੇਸ ਬਣਾਵਾਂਗੇ, ਠੀਕ ਹੈ। ਸੋ ਪਹਿਲਾ ਕੇਸ ਇਹੀ ਲੈਣ ਲੱਗੇ ਕਿ ਜਦੋਂ ਤੁਹਾਡੇ ਕੋਲ ਲੈਂਸ ਫਾਰਮੂਲਾ ਡਰਾਈਵ ਕਰਨਾ, ਔਰ ਲੈਂਸ ਫਾਰਮੂਲਾ ਡਰਾਈਵ ਕਰਨ ਲੱਗੇ ਤੁਸੀਂ ਕਨਵੈਕਸ ਲੈਂਸ ਦੀ ਰੀਅਲ ਇਮੇਜ ਵਾਸਤੇ, ਠੀਕ ਹੈ। ਤੇ ਇਸ ਕੇਸ ਦੇ ਅੰਦਰ ਤੁਹਾਡੇ ਕੋਲ ਐਸ ਐਚ ਜਿਹੜੀ ਇਹਦੀ ਇਮੇਜ ਹੋਏਗੀ, ਇਹਦੀ ਜਿਹੜੀ ਇਮੇਜ ਆਏਗੀ ਉਹਦੇ ਲਈ ਆਬਜੈਕਟ ਇੱਥੇ ਕਿਤੇ ਸ਼ੋ ਆਫ ਕਰ ਦੋ, और ये शो ऑफ कर देंगे कि ऑब्जेक्ट बियॉन्ड फोकस। और बार बार कह रहे हैं लेबलिंग पहलों किते नहीं करांगे, पहलो इमेज बनावो, रे किथे कट दी आ ओदे अकॉर्डिंगली पॉइंट नु लेबल करो। हुण इत्थे दो रे लैणियां, हर वारी दो रे रखांगे, एक प्रिंसिपल एक्सिस दे पैरेलल, एक ऑप्टिकल सेंटर। ऑप्टिकल सेंटर वाली अनडेविएटेड निकलेगी, प्रिंसिपल एक्सिस दे जिहड़ी पैरेलल आ उन्हें रिफ्रैक्शन तो बाद फोकस नु कट करना, ठीक है जी। ਇਹਦਾ ਮਤਲਬ ਇੱਕ ਫੋਕਸ ਇੱਥੇ ਇਹਦੇ ਪੈਰਲਲ ਚਲੇ ਜਾਏਗੀ, ਔਰ ਇੱਕ ਡਾਇਰੈਕਟ ਤੁਹਾਡੀ ਜਿਹੜੀ ਆਪਟੀਕਲ ਸੈਂਟਰ ਚ ਜਾਏਗੀ, ਤੇ ਜਿਹੜੀ ਰੇ ਆਪਟੀਕਲ ਸੈਂਟਰ ਚੋਂ ਪਾਸ ਕਰਦੀ ਪਈ that ray goes undeviated, ਔਰ ਜਿਹੜੀ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਗਈ ਇਹਨੇ ਰਿਫਰੈਕਸ਼ਨ ਤੋਂ ਬਾਅਦ ਜਿੱਥੇ ਕੱਟ ਕਰਕੇ ਜਾਣਾ, ਆ ਪੁਆਇੰਟ ਮੇਰਾ ਲੈਂਸ ਦਾ ਫੋਕਸ ਆ ਜੂ। ਕਿਆ ਇੰਨਾ ਕਲੀਅਰ ਆ? Yes, sir. Yes, sir. ਹੁਣ ਆ ਮੇਰੇ ਕੋਲ ਇਹਦਾ ਆਪਟੀਕਲ ਸੈਂਟਰ ਆ ਜੂ, ਇਹ ਵੀ ਆਪਣਾ ਆਬਜੈਕਟ ਆ ਗਿਆ, ਇਹਦੇ ਕੋਰਸਪੋਂਡਿੰਗ ਇਸ ਥਾਂ ਤੇ ਮੇਰੇ ਕੋਲ ਜਿਹੜੀ ਐਸ ਐਚ ਆ ਉਹ a ਡੈਸ਼ b ਡੈਸ਼ ਮੇਰੀ ਇਮੇਜ ਆ ਜਾਏਗੀ। ਕਲੀਅਰ ਹੈ ਬੱਚੇ? Yes, sir. Yes, ਠੀਕ sir. ਇੱਥੇ ਸ਼ੁਰੂ ਦੇ ਵਿੱਚ ਹੀ ਤੁਸੀਂ ਇਸ ਪੁਆਇੰਟ ਤੋਂ ਜਿੱਥੋਂ ਰੇ ਨੂੰ ਅਸੀਂ ਬੈਂਡ ਕਰਾਇਆ, ਰਿਫਰੈਕਸ਼ਨ ਦਿਖਾਈ ਆ, ਇਸ ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਇਸ ਥਾਂ ਤੇ ਡਰਾ ਕਰਕੇ ਰੱਖ ਲੈਣਾ। यानी DC ਮੇਰੇ ਕੋਲ ਜਿਹੜਾ ਵਾ ਉਹ ਪ੍ਰਿੰਸੀਪਲ ਐਕਸਿਸ ਦੇ ਉੱਤੇ, ਆ DC ਮੇਰੇ ਕੋਲ ਪ੍ਰਿੰਸੀਪਲ ਐਕਸਿਸ ਦੇ ਉੱਤੇ ਪਰਪੈਂਡੀਕੂਲਰ ਆ ਜਾਏਗਾ। ਹੁਣ ਕਰਨਾ ਕੀ ਆ, ਜਿਹਦਾ ਮਿਰਰ ਫਾਰਮੂਲਾ ਸੀ ਸੇਮ ਉਦਾਂ ਹੀ ਆ, ਆਪਾਂ ਦੋ ਟ੍ਰਾਇੰਗਲਾਂ ਦੀ ਸਿਮਿਲੈਰਿਟੀ ਦੱਸਾਂਗੇ, ਠੀਕ ਹੈ। ਇੱਕ ਵਾਰੀ C ਪੁਆਇੰਟ ਤੇ ਇੱਕ ਵਾਰੀ F ਪੁਆਇੰਟ ਤੇ। ਆਪਾਂ ਪਹਿਲਾਂ ਇਹ ਡਿਫਾਈਨ ਕਰਾਂ ਐਜ਼ ਅ ਟ੍ਰਾਇੰਗਲ ABC, ਠੀਕ ਹੈ। ਆਬਜੈਕਟ ਨੇ ਬਣਾਈ ਹੈ C ਪੁਆਇੰਟ ਤੇ ਟ੍ਰਾਇੰਗਲ। एक सेकंड होल्ड करियो। हाँ जी, एक ट्रायंगल ऑब्जेक्ट ए बी बनाएगा, सी पॉइंट ते इधरों इमेज बनाएगी, तो ਅਸੀਂ ਕਹਿੰਦੇ ਜੀ ट्रायंगल ਜਿਹੜੀਆਂ ਨੇ एंड ट्रायंगल ए डैश बी डैश सी आर, ਇਹ ਦੋਨੋਂ ਦੀਆਂ ਦੋਨੋਂ ਸਿਮਿਲਰ ट्रायंगल ਨੇ। कारण ਉਹਦਾ ਇਹ ਹੋਏਗਾ ਦੋਨਾਂ ਦਾ ਈਚ ਐਂਗਲ, ਇੱਕ ਐਂਗਲ ਦੋਨਾਂ ਦਾ 90 ਈਚ ਆ ਜਾਏਗਾ, ਔਰ ਇੱਕ ਦੋਨਾਂ ਦਾ ਐਂਗਲ ਵਰਟੀਕਲੀ ਆਪੋਜ਼ਿਟ ਆ ਜਾਊ। ਕਲੀਅਰ ਆ? Yes, sir. Yes, sir. Yes, sir. तो फिर कॉरस्पॉन्डिंग साइड दी रेशियो इक्वल कर दियो, देयरफॉर कंडीशन आ जाएगी AB ओवर A डैश B डैश इक्वल टू BC ओवर B डैश C। हुन डिस्टेंस सारे ऑप्टिकल सेंटर तो लेने, इसलिए C दे विच लेके चलांगे आ एक इक्वेशन, और दूजा सी DC जेड़ा परपेंडिकुलर ड्रॉ कीता होया जिदी हाइट AB दे इक्विवेलेंट आ, क्योंकि आ लाइन जेड़ी प्रिंसिपल एक्सिस दे पैरेलल गिनी गई है, इसलिए अब इथे डिफाइन कर दे पे ड्रॉ। एक टॉपिक के अंदर थ्योरी लिखांगा बेटा, ड्रॉ DC परपेंडिकुलर ऑन प्रिंसिपल एक्सिस, therefore triangle DCF and triangle A dash B dash F are similar। ਇਹਨਾਂ ਦੋਨਾਂ ट्रायंगल ਨੂੰ सिमिलर करके ਇਹਦੀ ਕੰਡੀਸ਼ਨ ਲਿਖ ਦੋ, ਤੇ ਆਪਣੇ ਕੋਲ ਕੰਡੀਸ਼ਨ ਆ ਜਾਏਗੀ DC ਓਵਰ A ਡੈਸ਼ B ਡੈਸ਼, ਇਹਨੂੰ ਆਬਜੈਕਟ ਦੀ ਹਾਈਟ ਦੇ ਇਕੁਇਵਲੈਂਟ ਗਿਣ ਲਿਆ, ਔਰ ਇਹਦੇ ਕੋਰਸਪੋਂਡਿੰਗ ਇਧਰੋਂ ਇਮੇਜ ਦੀ ਹਾਈਟ ਆ ਗਈ, ਤੇ ਦੂਜਾ ਤੁਹਾਡੇ ਕੋਲ ਆ ਜਾਏਗਾ CF ਓਵਰ SH FB ਡੈਸ਼। ਕਲੀਅਰ ਹੈ ਜੀ? Yes, sir. ਚਲੋ ਹੁਣ ਇਸ ਇਕੁਏਸ਼ਨ ਦੇ ਅੰਦਰ DC ਨੂੰ ਰਿਪਲੇਸ ਕਰ ਦਈਏ, ਬਟ DC ਦੀ ਲੈਂਥ ਜਿਹੜੀ ਹੋਏਗੀ ਉਹ ਮੇਰੀ AB ਲੈਂਥ ਦੇ ਇਕੁਅਲ ਆ, ਤੇ देयरफॉर ਆਪਣੇ ਕੋਲ ਕੰਡੀਸ਼ਨ ਬਣ ਜਾਏਗੀ ਇਸ ਥਾਂ ਦੇ ਉੱਤੇ DC ਨੂੰ ਰਿਪਲੇਸ ਕਰਕੇ ਕੰਡੀਸ਼ਨ ਆ ਗਈ AB over A dash B dash that should be equal to CF over FB dash। ਹੁਣ ਇਕੁਏਸ਼ਨ 1 ਤੇ 2 ਨੂੰ ਜੇ ਲੈ ਕੇ ਚਲੀਏ, इक्वेशन 1 ਤੇ 2 ਨੂੰ ਜੇ ਲੈ ਕੇ ਚਲੀਏ ਤੇ ਦੋਨਾਂ ਦੀ ਲੈਫਟ ਹੈਂਡ ਸਾਈਡ ਦੇ ਬਿਹਾਫ ਤੇ ਰਾਈਟ ਹੈਂਡ ਸਾਈਡ ਇਕੁਏਟ ਕਰ ਦੋ। ਡਿਸਟੈਂਸ ਸਾਰੇ ਆਪਟੀਕਲ ਸੈਂਟਰ ਤੋਂ ਆਣੇ,
देयरफॉर अपने को कंडीशन आ जाएगी फ्रॉम 2 1 and 2 फ्रॉम 1 and 2 रिजल्ट आ जाएगा BC ओवर B डैश C इक्वल टू CF ओवर FB डैश। तो आ वाला डिस्टेंस आ वाला और आ वाला तिन्ने दे तिन्ने ऑप्टिकल सेंटर तो आंदे पे, सिर्फ FB डैश ऑप्टिकल तो नहीं हैगा ਤੇ FB डैश ਨੂੰ ਅਸੀਂ ਡਿਫਾਈਨ ਕਰ ਦਿੰਨੇ ਆ ਇਥੋਂ C ਤੋਂ ਲੈ ਕੇ CB ਡੈਸ਼ ਮਾਈਨਸ CF। ਠੀਕ ਹੈ, ਇਹ ਮਤਲਬ ਆਪਣੇ ਕੋਲ ਇਸ ਚੀਜ਼ ਨੂੰ ਇਸ ਵੇ ਨਾਲ ਡਿਫਾਈਨ ਕਰ ਦਈਏ CF ਓਵਰ FB ਡੈਸ਼ ਦੀ ਥਾਂ ਤੇ CB ਡੈਸ਼ ਮਾਈਨਸ ਆਪਣੇ ਕੋਲ ਆ ਜਾਏਗਾ ਜੀ CF। ਕਲੀਅਰ ਆ? Yes, sir. Yes, sir. Yes, sir. ਬੜੇ ਸੌਖੇ ਟੌਪਿਕ ਆ, ਸਿਰਫ ਇੱਕ ਪ੍ਰੈਕਟਿਸ ਆ, ਹੋਰ ਕੁਝ ਨਹੀਂ ਹੈਗੀ। ਈਜ਼ੀ ਆ ਟੌਪਿਕ, ਜਲਦੀ ਹੋਣ ਵਾਲੇ ਹੈਗੇ ਆ। ਸਮਝ ਲੱਗਦਾ ਪਿਆ? Yes, sir. Yes, sir. Yes, sir. ਸੋ ਇੱਥੇ ਹੁਣ ਸਾਰੇ ਦੇ ਸਾਰੇ ਡਿਸਟੈਂਸ ਡਿਫਾਈਨ ਕਰ ਲਓ। ਇਥੋਂ BC ਮੇਰਾ ਆਬਜੈਕਟ ਡਿਸਟੈਂਸ ਹੈਗਾ, ਮਾਈਨਸ ਆ ਜਾਏਗਾ ਕਨਵੈਕਸ ਲੈਂਸ ਆ। ਮੈਂ ਵਰਡ ਦਿੱਤੇ ਸੀ ਕਿ ਜਦੋਂ ਤੱਕ ਫਰਸਟ ਤੇ ਸੈਕਿੰਡ ਪ੍ਰਿੰਸੀਪਲ ਫੋਕਲ ਲੈਂਥ ਵਰਡ ਨਹੀਂ ਆਉਂਦੇ ਉਦੋਂ ਤੱਕ ਕਨਵੈਕਸ ਲੈਂਸ ਦੀ ਫੋਕਲ ਲੈਂਥ ਪੋਜ਼ਿਟਿਵ ਆ ਤੇ ਕਨਕੇਵ ਦੀ 네ਗੇਟਿਵ ਆ ਨਹੀਂ ਕਰਾਂਗੇ CF ਇਧਰੋਂ ਅਸੀਂ -F ਲਿਖ ਦਈਏ, ਉਹ ਗਲਤ ਹੋ ਜਾਏਗਾ। ਠੀਕ ਹੈ, ਇਹ ਧਿਆਨ ਰੱਖਿਓ ਕਨਵੈਕਸ ਦੀ ਫੋਕਲ ਲੈਂਥ +F ਆ ਔਰ ਜਿੱਥੇ ਇਮੇਜ ਬਣੀ ਉਹਦਾ ਡਿਸਟੈਂਸ +B ਆ। ਤਿੰਨੇ ਦੇ ਤਿੰਨੇ ਡਿਸਟੈਂਸ ਸਬਸਟੀਟਿਊਟ ਕਰ ਲਓ। BC ਆ ਗਿਆ ਆਪਣੇ ਕੋਲ -U ਓਵਰ +B ਇਕੁਅਲ ਟੂ +F ਓਵਰ +B ਮਾਈਨਸ ਕਹਿੰਦਾ ਜੀ F। ਠੀਕ ਹੈ, ਇਹਨੂੰ ਕ੍ਰਾਸ ਮਲਟੀਪਲਾਈ ਕਰਕੇ ਸੋਲਵ ਕਰ ਲਈਏ ਤੇ ਆਪਣੇ ਕੋਲ ਟਰਮ ਬਣ ਗਈ -UV +UF ਇਕੁਅਲ ਟੂ ਆ ਗਿਆ ਜੀ VF ਔਰ ਮੁੜ ਕੇ ਦੋਨੋਂ ਸਾਈਡਸ ਦੇ ਉੱਤੇ ਅਸੀਂ ਡਿਵਾਈਡ ਕਰ ਦਿੰਨੇ। ਡਿਵਾਈਡ ਬੋਥ ਸਾਈਡਸ ਬਾय ਕਿੰਨਾਂ ਨਾਲ ਡਿਵਾਈਡ ਕਰੀਦਾ ਜੀ? UVF. ਕਾਮਨ ਵੇਰੀਏਬਲ UVF। ਅਲਟੀਮੇਟ ਜੇ ਇੱਥੇ UVF ਲਗਾਇਆ ਤੇ ਟਰਮ ਬਣ ਗਈ -1/F, ਇੱਥੇ ਲਗਾਇਆ ਤੇ +1/B ਇਕੁਅਲ ਟੂ ਆ ਗਿਆ 1/U। ਠੀਕ ਹੈ, ਟਰਮ ਰੀਅਰੇਂਜ ਕਰ ਦੋ, ਆਪਣੇ ਕੋ ਟਰਮ ਬਣ ਜਾਏਗੀ 1/B ਮਾਈਨਸ 1/U ਇਕੁਅਲ ਟੂ 1/F। ਆ ਥੋੜਾ ਲੈਂਸ ਫਾਰਮੂਲਾ ਡਿਵੈਲਪ ਹੋ ਜਾਏਗਾ। ਠੀਕ ਹੈ, ਫॉर ਦਾ ਕਨਵੈਕਸ ਲੈਂਸ ਜਦੋਂ ਰੀਅਲ ਇਮੇਜ ਆ, ਇਮੇਜ ਰੀਅਲ ਹੋਵੇ, ਇਮੇਜ ਵਰਚੁਅਲ ਹੋਵੇ, ਲੈਂਸ ਕਨਵੈਕਸ ਹੋਵੇ, ਲੈਂਸ ਕਨਕੇਵ ਹੋਵੇ, ਲੈਂਸ ਫਾਰਮੂਲਾ ਸਾਰਿਆਂ ਤੇ ਇਕੁਅਲ ਐਪਲੀਕੇਬਲ ਆ। क्या आ क्लियर? Yes, sir. Yes, sir. ਜੇ ਇਹਦੇ ਕਿਸੇ ਸਟੈਪ ਦਾ ਡਾਊਟ ਹੈ ਇੱਕ ਵਾਰੀ ਨਿਗਾਹ ਮਾਰ ਲਓ ਰੇ ਡਾਇਗਰਾਮ ਨੂੰ, ਜੇ ਲੱਗ ਰਿਹਾ ਕੋਈ ਡਾਊਟ ਤੇ ਬੋਲ ਦੂੰਗਾ ਇੱਕ ਵਾਰੀ ਜਲਦੀ ਜਲਦੀ। ਹਾਂਜੀ ਪੁੱਤ CF by FB dash. ਦੁਬਾਰਾ ਬੋਲੋ। CF by FB dash ਕਿੱਦਾਂ ਲਿਖਿਆ? ਪੁੱਤ ਉਹ ਤਾਂ ਸਿੰਪਲ ਜੀ ਆਪਾਂ ਇੱਕ ਕੰਡੀਸ਼ਨ ਇਹ ਲਿਖ ਰਹੇ ਨਾ ਕਿ ਵੀ ਅਸੀਂ ਕਹਿੰਦੇ ਕਿ ਵੀ ਜਦੋਂ ਟ੍ਰਾਇੰਗਲ ਸਿਮਿਲਰ ਆ ਤੇ ਸਿਮਿਲਰ ਟ੍ਰਾਇੰਗਲ ਦੀਆਂ ਕੋਰਸਪੋਂਡਿੰਗ ਸਾਈਡ ਦੀ ਰੇਸ਼ੋ ਇਕੁਅਲ ਆ। ਹੁਣ ਜੇ ਇਧਰੋਂ ਟ੍ਰਾਇੰਗਲ ਮੈਂ ਲੈ ਕੇ ਚੱਲਾਂ CF by FB ਡੈਸ਼ ਕਹਿ ਰਹੇ ਹੋ ਨਾ, ਤੇ ਅਸੀਂ ਕਹਿੰਦੇ ਜੀ ਇਸ C ਤੋਂ ਅਸੀਂ ਦੋ ਟ੍ਰਾਇੰਗਲ ਲਿੱਤੀਆਂ, ਇੱਕ DCF ਜਿਹੜੀ ਆਬਜੈਕਟ ਦੀ ਟ੍ਰਾਇੰਗਲ ਟ੍ਰੀਟ ਹੋਏਗੀ, ਇੱਕ A ਡੈਸ਼ B ਡੈਸ਼ F ਜਿਹੜੀ ਇਮੇਜ ਦੀ ਟ੍ਰਾਇੰਗਲ ਆ। ਤੇ ਜਦੋਂ ਇਹ ਦੋ ਟ੍ਰਾਇੰਗਲਾਂ ਸਿਮਿਲਰ ਨੇ, ਇੱਕ ਐਂਗਲ ਦੋਨਾਂ ਦਾ 90 ਆ, ਇੱਕ ਵਰਟੀਕਲੀ ਆਪੋਜ਼ਿਟ ਐਂਗਲ ਆ, ਇਸ ਲਈ ਇਧਰੋਂ ਆਬਜੈਕਟ ਦੀ ਹਾਈਟ ਤੇ ਇਧਰੋਂ ਇਮੇਜ ਦੀ ਹਾਈਟ ਦੀ ਰੇਸ਼ੋ, ਇਧਰੋਂ ਆਬਜੈਕਟ ਦਾ ਡਿਸਟੈਂਸ ਤੇ ਇਧਰੋਂ ਇਮੇਜ ਦੇ ਡਿਸਟੈਂਸ ਦੀ ਰੇਸ਼ੋ, ਇਹ ਆਪਸ ਵਿੱਚ ਇਕੁਅਲ ਹੋਏਗੀ। Yes, sir. ਤੇ ਉਸੇ ਚੀਜ਼ ਨੂੰ ਆਪਾਂ ਇੱਥੇ ਡਿਫਾਈਨ ਕੀਤਾ ਕਿ ਵੀ DC by A dash B dash। ਠੀਕ ਹੈ, ਯਾਨੀ ਆਬਜੈਕਟ ਤੇ ਇਮੇਜ ਦੀ ਹਾਈਟ ਰੇਸ਼ੋ, ਆਬਜੈਕਟ ਤੇ ਇਮੇਜ ਦਾ ਕਹਿੰਦਾ ਜੀ ਫੋਕਸ ਤੋਂ ਕਹਿੰਦਾ ਜੀ ਡਿਸਟੈਂਸ ਦੀ ਰੇਸ਼ੋ, ਉਹ ਆਪਸ ਇਕੁਅਲ ਆ। Okay, sir. ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. ਚਲ ਨੈਕਸਟ ਕਰਦੇ ਜੀ ਆਪਾਂ। ਬਾਰ-ਬਾਰ ਕਹਿ ਰਹੇ ਹਾਂ ਛੋਟੇ ਟੌਪਿਕ ਆ, ਥੋੜਾ ਸਪੀਡ ਨਾਲ ਖਤਮ ਕਰਦੇ ਚੱਲਾਂਗੇ। ਸੈਕਿੰਡ ਕੇਸ ਹੈਗਾ ਤੁਹਾਡੇ ਕੋਲ ਜਿਹੜੀ ਇਮੇਜ ਹੋਏਗੀ ਬਣਾਣੀ ਫਿਰ ਕਨਵੈਕਸ ਲੈਂਸ ਦੀ ਇਮੇਜ ਹੀ ਆ, ਪਰ ਕਨਵੈਕਸ ਦੀ ਸੈਕਿੰਡ ਆਪਣੇ ਕੋਲ ਆ ਜਾਏਗੀ ਵਰਚੁਅਲ ਇਮੇਜ। ਔਰ ਇੱਕ ਚੀਜ਼ ਬਾਰ-ਬਾਰ ਕਹਾਂਗਾ, ਰੇ ਡਾਇਗਰਾਮ ਦੀ ਮੈਕਸਿਮਮ ਪ੍ਰੈਕਟਿਸ ਕਰ ਲਿਓ। ਠੀਕ ਹੈ, ਡੈਰੀਵੇਸ਼ਨ ਸਾਰਿਆਂ ਚ ਇੱਕੋ ਹੀ ਆ। ਰੇ ਡਾਇਗਰਾਮ ਜੇ ਤੁਹਾਡੀ ਗਲਤ ਬਣੀ ਹੋਈ ਆ, ਜੋ ਮਰਜ਼ੀ ਡੈਰੀਵੇਸ਼ਨ ਚ ਲਿਖ ਦਿਓ, ਨਹੀਂ ਚੈੱਕ ਕਰੀਦਾ ਸੀ ਉਸ ਵੇਲੇ।
क्योंकि हर चीज ਉਹਦੇ ਵਿੱਚ ਤੁਸੀਂ ਰੇ ਡਾਇਗਰਾਮ ਤੋਂ ਪਲਾਟ ਕਰਨੀ ਤੇ ਇਸ ਲਈ ਰੇ ਡਾਇਗਰਾਮ ਬਹੁਤ ਇੰਪੋਰਟੈਂਟ ਹੋਏਗੀ। ਕਲੀਅਰ ਹੈ ਗੱਲ ਜੀ? Yes, sir. Yes, sir. sir. ਹੁਣ ਜੇ ਕਨਵੈਕਸ ਲੈਂਸ ਦੀ ਤੁਸੀਂ ਵਰਚੁਅਲ ਇਮੇਜ ਬਣਾਣੀ ਹੈ ਬੇਟਾ, ਠੀਕ ਹੈ, ਤੇ ਵਰਚੁਅਲ ਇਮੇਜ ਵਾਸਤੇ ਸਿਰਫ ਇੰਨਾ ਕਰਾਂਗੇ, ਆਬਜੈਕਟ ਇਜ਼ ਪਲੇਸਡ ਕਲੋਜ਼ ਟੂ ਦਾ ਕਹਿੰਦਾ ਜੀ ਫੋਕਸ। ਇਹਦਾ ਮਤਲਬ ਹੋ ਗਿਆ ਕਿ ਇੱਥੇ ਆਪਾਂ ਐਸਐਚ ਕਿਤੇ ਆਬਜੈਕਟ ਨੂੰ ਸ਼ੋ ਆਫ ਕਰ ਦਈਏ, ਠੀਕ ਹੈ। ਔਰ ਜੇ ਵਰਚੁਅਲ ਇਮੇਜ ਹੈ ਤੇ ਆਪਾਂ ਵਰਡ ਲਿੱਤੇ ਸੀ ਆਬਜੈਕਟ ਪਲੇਸਡ ਬਿਟਵੀਨ ਫੋਕਸ ਐਂਡ ਆਪਟੀਕਲ ਸੈਂਟਰ। ਹੁਣ ਮੈਂ ਪਹਿਲਾਂ ਇਹਦੇ ਅੰਦਰ ਆਪਟੀਕਲ ਸੈਂਟਰ ਨਹੀਂ ਲਾਵਾਂਗਾ, ਪਹਿਲਾਂ ਰੇ ਘਟਾਵਾਂਗਾ ਕਿੱਥੋਂ ਦੀ ਨਿਕਲਦੀ। ਉਹਦੇ ਲਈ ਇੱਕ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਦਿਖਾ ਦਿਓ ਔਰ ਇੱਕ ਰੇ ਤੁਸੀਂ ਆਪਟੀਕਲ ਸੈਂਟਰ ਚੋਂ ਕੱਢ ਕੇ ਲੈ ਜਾਓ, ਯਾਨੀ ਆਹ ਪੁਆਇੰਟ ਮੇਰਾ ਐਸਐਚ ਆਪਟੀਕਲ ਸੈਂਟਰ ਹੋ ਗਿਆ। ਹੁਣ ਜੇ ਪਿਛਲਾ ਕੇਸ ਲਵਾਂ ਆਪਾਂ, ਜੇ ਇੱਥੇ ਰੀਅਲ ਇਮੇਜ ਬਣਾਣੀ ਆ ਤੇ ਆਹ ਰੇ ਇੰਨੀ ਕੁ ਬੈਂਡ ਕਰ ਲੈਣੀ ਕਿ ਇਹਨੂੰ ਕਿਤੇ ਮਿਲ ਜਾਵੇ, ਤੇ ਜੇ ਮੈਂ ਵਰਚੁਅਲ ਬਣਾਣੀ ਆ ਤੇ ਇਧਰੋਂ ਮੈਂ ਲਾਈਟ ਰੇ ਡਾਈਵਰਜ ਕਰਦੀਆਂ ਦਿਖਾਦਾ ਤੇ ਬੈਕਵਰਡ ਖਿੱਚ ਕੇ ਉਹਨਾਂ ਨੂੰ ਸੀ ਇਮੇਜ ਉਹਦੀ ਬਣਾਣੀ। ਇਸ ਲਈ ਆਹ ਸੈਕਿੰਡ ਰੇ ਬਾਅਦ ਚੋਂ ਪਲਾਟ ਕਰੋ, ਸੈਕਿੰਡ ਰੇ ਬਾਅਦ ਚੋਂ ਪਲਾਟ ਕਰੋ ਕਿ ਜਿਹਨੂੰ ਕਿੰਨਾ ਕ ਆਪਾਂ ਬੈਂਡ ਦੇਣਾ। ਹੁਣ ਇਸ ਮੂਵਮੈਂਟ ਦਾ ਅਸੀਂ ਸ਼ੋਅ ਪੇ ਕਰ ਰਹੇ ਕਿ ਦੋਨੋਂ ਰੇ ਜਿਹੜੀਆਂ ਨੇ ਇਹ ਐਸਐਚ ਪੈਰਲਲ ਨਹੀਂ ਛੱਡਾਂਗਾ, ਇਹ ਗੱਲ ਦਿਮਾਗ 'ਚ ਰੱਖਿਓ। ਪੈਰਲਲ ਤੋਂ ਹਲਕੀ ਜੀ ਡਾਈਵਰਜੈਂਸ ਵਧਾ ਦਿਓ। ਗੱਲ ਸਮਝ ਲੱਗਦੀ ਵੀ ਜੋ ਕਹਿ ਰਹੇ ਹਾਂ? ਹਾਂਜੀ sir. Yes, sir. ਸੋ ਇਸ ਮੂਵਮੈਂਟ ਤੇ ਆ ਦੋਨੋਂ ਦੀਆਂ ਦੋਨੋਂ ਰੇਜ਼ ਅਸੀਂ ਕਹਿੰਦੇ ਜੀ ਆਪਸ ਕਿਤੇ ਮੀਟ ਆਊਟ ਨਹੀਂ ਕਰ ਰਹੀਆਂ, ਇਹਨਾਂ ਨੂੰ ਬੈਕਵਰਡ ਪ੍ਰੋਡਿਊਸ ਕਰਦੇ ਚਲੋ, ਠੀਕ ਹੈ ਜੀ, ਟਿਲ the position is to be there where the two rays ਕਹਿੰਦਾ ਜੀ they get refracted and meet at one point। ਇਹਦਾ ਮਤਲਬ ਆ ਕਿਸੇ ਇੱਕ ਪੁਆਇੰਟ ਦੇ ਉੱਤੇ ਮੇਰੀਆਂ ਆ ਰੇਜ਼ ਜਿਹੜੀਆਂ ਨੇ, ਠੀਕ ਹੈ, V ਸੈਟ ਕਹਿੰਦੇ ਤੇ appear to be meet। ਇਹਦਾ ਮਤਲਬ ਆ ਪੋਜੀਸ਼ਨ ਮੇਰੇ ਕੋਲ ਜਿਹੜੀ ਐਸਐਚ ਆ ਉਹ ਇਮੇਜ ਦੀ ਆ ਜਾਏਗੀ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. ਤੁਹਾਡੇ ਕੋਲ A ਡੈਸ਼ B ਡੈਸ਼ ਤੁਹਾਡੀ ਇਮੇਜ ਆ ਗਈ ਬੇਟਾ, ਔਰ ਜਿੱਥੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਰੇ ਆ ਕੇ ਪ੍ਰਿੰਸੀਪਲ ਐਕਸਿਸ ਨੂੰ ਕੱਟ ਕਰਦੀ ਆ, ਉਹ ਪੁਆਇੰਟ ਮੇਰਾ ਕਹਿੰਦਾ ਜੀ ਐਸਐਚ ਫੋਕਸ ਆ ਜਾਓ, ਠੀਕ ਹੈ। ਇਸ ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਫੇਰ ਦੁਬਾਰਾ ਡਰਾ ਕਰਕੇ ਰੱਖ ਲਾਂਗੇ D, ਤੇ ਟ੍ਰਾਇੰਗਲਾਂ ਫੇਰ ਸੇਮ ਲਵਾਂਗੇ, ਕੁਝ ਵੀ ਨਹੀਂ ਚੇਂਜ ਕਰਾਂਗੇ। ਸੋ ਐਸਐਚ ਜੇ ਮੈਥਮੈਟਿਕਲੀ ਕਰੀਏ ਸੇਮ ਕੰਡੀਸ਼ਨ ਐਜ਼ ਅ ਟ੍ਰਾਇੰਗਲ ABC similar to triangle A dash B dash C, same ratio पे define कर दो, AB over A dash B dash equal to BC over B dash C। फर्स्ट कंडीशन क्लियर? जिन्हों जिथे डाउट है रोक लियो, अदरवाइज सेम चीज नहीं करता फिर। सिमिलरली अपने को आ जाएगा ट्रायंगल DCF similar to triangle DCF ट्रायंगल जड़ी होएगी ऑब्जेक्ट भी आजू और इधरों A डैश B डैश F आ पूरी ट्रायंगल मेरे को इमेज दी आ जाएगी सिमिलर टू ट्रायंगल A डैश B डैश F। क्या क्लियर है कंडीशन? Yes sir. Yes, sir. जी दोनों का एक एक एंगल 90 इंच है, तो दोनों का एक एंगल कॉमन आ गया, इसलिए ट्रायंगल सिमिलर है। ते अपनी कंडीशन आ जाएगी इत्थे BC ओवर A डैश B डैश इक्वल टू आ जाएगा CF ओवर B डैश F, मतलब B डैश तो लेके F तक दा डिस्टेंस आ जाओ। ਹੁਣ ਇਹਦੇ ਅੰਦਰ ਫਿਰ ਉਹੀ ਸੇਮ ਕੰਡੀਸ਼ਨ, ਬਟ DC ਦੀ ਥਾਂ ਤੇ ਅਸੀਂ SH AB ਰਿਪਲੇਸ ਕਰਾਂਗੇ ਤੇ देयरफॉर ਸਾਡੀ ਇਕੁਏਸ਼ਨ ਬਣ ਜਾਏਗੀ AB ਓਵਰ A ਡੈਸ਼ B ਡੈਸ਼ ਇਕੁਅਲ ਟੂ CF ਓਵਰ B ਡੈਸ਼ F। ਇਕੁਏਸ਼ਨ ਨੰਬਰ 2 ਆ ਜਾਓ। क्या क्लियर है ना पार्ट? Yes, sir. चल ਹੁਣ ट्रायंगल फिर इक्वेट कर दो, ठीक है जी, इक्वेशन इक्वेट कर दो, सॉरी, फ्रॉम 1 and 2 अपने को रिजल्ट बिल्ट अप कर दो। अपनी कंडीशन आ गई BC ओवर B डैश C इक्वल टू आ गया CF ओवर B डैश F। ਤੇ ਆ ਫਿਰ ਇੱਕ ਡਿਸਟੈਂਸ ਆਇਆ ਜਿਹੜਾ ਆਪਟੀਕਲ ਸੈਂਟਰ ਤੋਂ ਨਹੀਂ ਹੈਗਾ B ਡੈਸ਼ F, ਯਾਨੀ B ਡੈਸ਼ F ਇੱਥੋਂ ਲੈ ਕੇ ਚਲੀਏ B ਡੈਸ਼ F ਤੱਕ ਦੀ ਲੈਂਥ ਨੂੰ B ਡੈਸ਼ C प्लस CF ਨਾਲ ਰਿਪਲੇਸ ਕਰ ਦੋ। ਇਹ ਮਤਲਬ ਆਪਣੇ ਕੋਲ ਕੰਡੀਸ਼ਨ ਆ ਜਾਏਗੀ CF ਓਵਰ B ਡੈਸ਼ C प्लस CF। ठीक है निकल? Yes sir. Yes, sir. साइन एडजस्ट करो। ਹੁਣ ਆਪਣੇ ਕੋਲ SH ਇੱਥੇ ਆਬਜੈਕਟ ਡਿਸਟੈਂਸ -u, ਇਮੇਜ ਡਿਸਟੈਂਸ -3, ਲੈਂਸ ਆਪਣਾ ਕਨਵੈਕਸ ਹੈਗਾ, ਕਨਵੈਕਸ ਦੀ ਫੋਕਲ ਲੈਂਥ ਪੋਜ਼ਿਟਿਵ ਆ, ਯਾਨੀ ਇਥੋਂ ਕਨਵੈਕਸ ਦੀ ਫੋਕਲ ਲੈਂਥ ਪਲੱਸ f ਆ, ਠੀਕ ਹੈ। ਇੱਕ ਮਾਈਨਸ ਇੱਥੇ ਆ ਗਈ ਪਿਛਲੇ ਨਾਲੋਂ, ਇੱਕ ਮਾਈਨਸ ਇੱਥੇ ਆ ਗਈ,
ठीक है, क्योंकि उदों माइनस ही होने प्लस आ, ये मैं 2 माइनस वाधू अपने को आईया, वो आपस में एडजस्ट होके ओवरऑल रिजल्ट सेम आ जू। ये मैं जे इथे अपन इनू कंटिन्यू करिए ते BC अपने को आ गया माइनस U, B' अपने को आ गया माइनस B इक्वल टू आ गया प्लस F, इक्वल टू आ गया प्लस F ओवर B' ते B' मेरे को जेड़ा सच माइनस B प्लस F, ठीक है, क्रॉस मल्टीप्लाई करो UV माइनस UF इक्वल टू माइनस BF, डिवाइड कर दो दोनों पासे UVF ना, डिवाइड बोथ साइड्स बाय UVF, तो देयरफॉर कंडीशन आ जाएगी 1/F माइनस 1/V इक्वल टू माइनस 1/U। तो जे टर्म रीअरेंज कर लो, आ टर्म प्लस हो जानी, आ माइनस आ इधर ही रहने दो, ये मतलब अपना रिजल्ट आ जाएगा 1/F इक्वल टू, सर बोलो जी। -1/F ने हो, हाँ जी, -1/F -1/F क्यों आऊगा जी? UV नु डिवाइड जदों UVF ना करांगा, UV निकल गया 1/F ही बचा। ओके सर, क्लियर है बच्चे? यस सर, चलो आ थोड़े को लेंस फार्मूला फिर दोबारा ड्राइव हो गया, ठीक है जी। ये अपने को आ गया कन्वेक्स लेंस दी वर्चुअल इमेज। क्या रे डायग्राम क्लियर है? हाँ जी सर। Yes, sir. यस सर। क्या किसी स्टेप का किसी को कोई डाउट? क्या कोई स्टेप डाउटफुल हैगा? नो सर, नो सर। बार बार कह रहे हैं थोड़ा स्पीड ना चलता पिया, क्लियर है? यस sir. सर। यस सर, थर्ड अपना टॉपिक बन जाना, ठीक है जी, लेंस फार्मूला फिर दोबारा, बट जी इमेज होएगी वर्चुअल इमेज कनकेव लेंस, और कनकेव लेंस के अंदर प्रॉपर्टी ये होएगी कि ऑब्जेक्ट किते भी ਆਪਾਂ हेल्ड अप करिए ਉਹਦੀ इमेज हमेशा ही ਤੁਹਾਡੇ ਕੋਲ वर्चुअल बननी है बेटा। थर्ड हैगा अपने को लेंस फार्मूला, केस होएगा अपना कनकेव लेंस, ठीक है, और इमेज यदि होएगी वर्चुअल इमेज। कनकेव ते कन्वेक्स लेंस दी वर्चुअल दा डिफरेंस ये होएगा कि कन्वेक्स दे अंदर वर्चुअल हमेशा मैग्नीफाइड इमेज है, कनकेव लेंस दे अंदर वर्चुअल हमेशा ਤੁਹਾਡੇ ਕੋਲ डिमिनिश साइज ते इमेज है, यानी ਇਹਦੇ ਅੰਦਰ इमेज ਦਾ ਸਾਈਜ਼ ਛੋਟਾ ਹੋਏਗਾ, ਜਦਕਿ ਕਨਵੈਕਸ ਵਾਲੇ ਕੇਸ ਦੇ ਅੰਦਰ ਜਿਹੜੀ वर्चुअल ਸੀ ਉਹ ਇਨਲਾਰਜ ਸਾਈਜ਼ ਚ ਬਣਦੀ ਆ। ਇੰਨੀ ਗੱਲ ਕਲੀਅਰ ਹੈ ਬੱਚੇ? Yes, Yes, sir. sir. चलो रे डायग्राम च चलिए तो अपने को एसएच एक कन्वेक्स लेंस गिवन है, सॉरी एक कनकेव लेंस गिवन है अपने को, ठीक है। इस कनकेव लेंस दे अंदर हुन जदों इमेज प्लॉट करनी, इन्ना क ध्यान जरूर रख लियो, ऑब्जेक्ट नु थोड़ा जा परे रखियो, क्योंकि जेड़ा कन्वेक्स आ ओ च वर्चुअल पिछे बनदी आ ऑब्जेक्ट तो, कनकेव दे अंदर वर्चुअल जेड़ी आ ਉਹ ਐਸਐਚ ਆਬਜੈਕਟ ਤੇ ਲੈਂਸ ਦੇ ਵਿੱਚ ਬਣਦੀ ਆ। ਜੇ ਮੈਂ ਆਬਜੈਕਟ ਲੈਂਸ ਦੇ ਬਹੁਤ ক্লোਜ਼ ਰੱਖ ਕੇ ਬਣਾਵਾਂਗਾ ਤੇ ਰੇ ਡਾਇਗਰਾਮ ਮੇਰੀ ਕੰਪਲੈਕਸ ਹੋ ਜਾਣੀ, ਉਹ ਵਿੱਚ ਜੇ ਕਰਕੇ ਸਾਰੀ ਇਕੱਠੀ ਹੋ ਜਾਣੀ। ਇਸ ਲਈ ਇਹਨਾਂ ਧਿਆਨ ਰੱਖ ਕੇ ਚੱਲਿਓ, ਇਹਦੇ ਅੰਦਰ ਆਬਜੈਕਟ ਜਿਹੜਾ ਹੋਏਗਾ ਇਹਨੂੰ ਲੈਂਸ ਤੋਂ ਥੋੜਾ ਜਿਹਾ ਪਰੇ ਰੱਖ ਲਓ, ਕਿਉਂਕਿ ਇਮੇਜ ਇਸ ਪੋਰਸ਼ਨ ਦੇ ਵਿੱਚ ਬਣਨੀ ਆ ਕੇ। ਕਿ ਇੰਨੀ ਗੱਲ ਕਲੀਅਰ ਆ? Yes, sir. यस सर। मुझे इथों चलिए जेडी रे ऑप्टिकल सेंटर च जाएगी वो तो हुण भी अनडेविएटेड ही मेरी निकल जानी है, यानी आ ऑप्टिकल सेंटर वाली अनडेविएटेड बना दियो, ठीक है। और जेडी रे प्रिंसिपल एक्सिस दे पैरेलल गई, ठीक है जी, इन्हें किधर नु बेंड होना? डाइवर्ज। लेंस केड़ा वा? कनकेव। Concave. केव लेंस कन्वर्जिंग हुंदा कि डाइवर्जिंग हुंदा? डाइवर्जिंग Diverging. डाइवर्जिंग है ना। जे डाइवर्जिंग आ ते रे एदा मतलब प्रिंसिपल एक्सिस वाल नु नहीं आनी, अवे फ्रॉम द प्रिंसिपल जानी आ। नहीं दिमाग च आवे इदां सोच सकदे हो, पहले लेंस ने रेयर टू डेंसर जाके टुवर्ड्स कीती, दूजे ने डेंसर टू रेयर अवे कर देनी। अल्टीमेटली जदों दूजी रे इथे बनावांगा ते ओनू ऐसा इधर नु तुसी बेंड करा दूंगे ते आ दो रिफ्रैक्टेड रे मेरियां किते मीट आउट नहीं करदी।
इसलिए ਇਹਦੀ ਇਮੇਜ ਪਲਾਟ ਕਰਨ ਲਈ ਆ ਪੁਆਇੰਟ ਆਫ ਰਿਫਰੈਕਸ਼ਨ ਤੋਂ ਇਹਨੂੰ ਬੈਕਵਰਡ ਪ੍ਰੋਡਿਊਸ ਕਰਦੇ ਜਾਓ ਜਿੱਥੇ ਇਹ ਰੇ ਪ੍ਰਿੰਸੀਪਲ ਐਕਸਿਸ ਨੂੰ ਕੱਟੇਗੀ ਉਸ ਥਾਂ ਤੇ ਮੇਰੇ ਕੋਲ ਐਸਐਚ ਕਹਿੰਦਾ ਜੀ ਆ ਰੇ ਦਾ ਪੁਆਇੰਟ ਆਇਆ ਵਾ ਤੇ ਆ ਉਹ ਪੋਜੀਸ਼ਨ ਹੋਏਗੀ ਜਿੱਥੇ ਇਹਨੇ ਇਮੇਜ ਫਾਰਮ ਕੀਤੀ ਆ ਕਿਆ ਇੰਨੀ ਗੱਲ ਕਲੀਅਰ Yes, sir. Yes, sir. ਆ ਪੁਆਇੰਟ ਦਾ ਕੀ ਨਾਮ ਹੋਏਗਾ Focus. F. ਬਿਲकुल F. ਫੋਕਸ ਹੋਏਗਾ ਠੀਕ ਹੈ ਕਿਉਂਕਿ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਾਂਦੀ ਰਿਫਰੈਕਸ਼ਨ ਤੋਂ ਬਾਅਦ ਹਮੇਸ਼ਾ ਫੋਕਸ ਕੱਟਦੀ ਹੈ ਭਾਵੇਂ ਰੀਅਲ ਫੋਕਸ ਕੱਟੇ ਭਾਵੇਂ ਵਰਚੁਅਲ ਫੋਕਸ ਕੱਟੇ ਇਸ ਲਈ ਆ ਪੁਆਇੰਟ ਮੇਰਾ ਫੋਕਸ ਹੋ ਜਾਏਗਾ ठीक है और इस थां पे मेरे को a डैश b डैश इमेज आ जाएगी a भी मेरा ऑब्जेक्ट है a डैश b डैश मेरी इमेज है ठीक है और इथों एक परपेंडिकुलर हुन भी ड्रॉ कर लवांगे bc मेरा परपेंडिकुलर आ जाओ क्या रे डायग्राम क्लियर सारी हाँ जी Yes, sir. हाँ जी चल Yes, sir. मैथमेटिकल सेम होएगा here triangle abc similar to triangle a dash b dash c therefore पहली कंडीशन आ जाएगी ab over a dash b dash equal to bc over b dash c ये अपनी फर्स्ट कंडीशन बनो सेकंड फिर उसे वे ना here triangle DCF ठीक है जी आ एक ट्रायंगल ऑब्जेक्ट दी ट्रीट हो जाएगी ते A डैश B डैश F ट्रायंगल मेरे को इमेज दी ट्रीट हो जाएगी ट्रायंगल DCF सिमिलर टू ट्रायंगल A डैश B डैश F ठीक है ते ਇਹਦੇ ਅਕੋਰਡਿੰਗਲੀ ਕੰਡੀਸ਼ਨ ਆਪਣੀ ਹੈਗੀ DC over A dash B dash equal to CF over B dash F clear ਹੈ ਕੰਡੀਸ਼ਨ Yes, sir. Yes, sir. ਇਹ ਆਪਣੇ ਹੱਥੀ ਪ੍ਰੈਕਟਿਸ ਜ਼ਰੂਰ ਕਰ ਲਿਓ ਸਮਝਣ ਲੱਗੇ ਤੇ ਕਰਨ ਲੱਗੇ ਹਮੇਸ਼ਾ ਫਰਕ ਹੁੰਦਾ ਬੇਟਾ ਇਸ ਲਈ ਧਿਆਨ ਰੱਖ ਕੇ ਆਪਣੇ ਆਪ ਡਰਾਈਵ ਜ਼ਰੂਰ ਕਰਿਓ ਠੀਕ ਹੈ देयरफॉर अपनी कंडीशन आ गई AB over A dash B dash equal to CF over B dash F इक्वेशन 2 दोनों इक्वेशन कंपेयर कर दो अपने को रिजल्ट बनाओ क्या बनता पाया अपने को आ जाएगा जी फ्रॉम 1 and 2 कोई बच्चा अटेंडेंस जरूर ले लियो एक बारी ते अटेंडेंस मैंने भेजियो अपने को कंडीशन आ जाएगी BC over B dash C इक्वल टू आ जाएगा CF over B dash F केड़ा ना जो डिस्टेंस चेंज होना B dash F. B B dash dash F. ये भी के डिस्टेंस ऑप्टिकल सेंटर तो नहीं हैगा CF बाय B dash F नु क्या लिख दिया जी CF minus CB dash. दोबारा बोलो CF minus CB dash. बिल्कुल CF minus CB dash ठीक है ਤੇ ਇੱਥੇ ਬੇਟਾ ਉਹਨਾਂ ਡਿਸਟੈਂਸ ਦੀ ਵੈਲਿਊ ਪੁੱਟ ਅਪ ਕਰ ਦੋ BC ਹੁਣ ਜੇ ਲੈ ਕੇ ਚੱਲਣਾ ऑब्जेक्ट डिस्टेंस आ माइनस होएगा B dash C लेके चलना माइनस B होएगा फिर फोकल लेंथ भी माइनस होएगी ओवरऑल 3 माइनस आ गईਆਂ ठीक है ਤੇ ਇਹ 3 ਮਾਈਨਸ ਨੇ ਆਪਣੇ ਆਪ ਇੱਥੇ ਰਿਜ਼ਲਟ ਐਡਜਸਟ ਕਰਕੇ ਲੈਂਸ ਫਾਰਮੂਲਾ ਸੇਮ ਬਣਾ ਕੇ ਦੇਣਾ ਹੁਣ ਜੇ BC ਲਿਖੀਏ ਉਹ ਵੀ -U -B -F minus of -B clear है Yes. therefore अपने को कंडीशन आ जाएगी जी U by B equal to -F over -F plus V ਤੇ ਇਹਨੂੰ ਕਰ ਦੋ ਰੀਅਰੇਂਜ ਆਪਣੇ ਕੋ ਜਿਹੜੀ ਟਰਮ ਬਣਦੀ ਇਹਨੂੰ ਰੀਅਰੇਂਜ ਕਰ ਲਓ ਠੀਕ ਹੈ ਤਾਂ ਆਪਣੇ ਕੋ ਟਰਮ ਬਣ ਗਈ -UF plus UV equal to -VF ਤੇ ਨੈਕਸਟ ਲਾਈਨ ਚ ਡਿਵਾਈਡ ਕਰਕੇ ਟਰਮ ਆ ਜਾਏਗੀ -UF by UVF plus UV by UVF equal to -VF by UVF ultimately अपनी टर्म आ गई -1 by V plus 1 by F equal to -1 by U ठीक है टर्म रीअरेंज करो तो अपने को टर्म की बननी है भैया की आजू जी टर्म 1 by V minus 1 by U equal to 1 by F. चलो तेनो रीअरेंज करिए तो अपने को टर्म आ गई 1 by F equal to 1 by V minus 1 by U
ਆ ਤੁਹਾਡੇ ਕੋਲ ਫੇਰ ਦੁਬਾਰਾ ਤੁਹਾਡਾ ਲੈਂਸ ਫਾਰਮੂਲਾ ਆ ਜਾਏਗਾ ਕਨਕੇਵ ਲੈਂਸ ਦਾ ਔਰ ਵਰਚੁਅਲ ਇमेज ਵਾਸਤੇ। क्या ਤਿੰਨੇ ਦੇ ਤਿੰਨੇ ਕੇਸ ਕਲੀਅਰ ਹੈ ਬੱਚੇ? Yes, sir. Yes, sir. ਕਿਸੇ ਨੂੰ ਕੋਈ ਸਟੈਪ ਡਾਊਟਫੁਲ ਜਾਂ ਰੇ ਡਾਇਗਰਾਮ ਚ ਡਾਊਟ ਹੈਗਾ ਤਾਂ ਇੱਕ ਵਾਰੀ ਜ਼ਰੂਰ ਬੋਲ ਦਿਓ। ਹਾਂਜੀ ਕਲੀਅਰ ਆ? Yes, sir. ਉਹ ਗੂੰਗੇ ਬੱਚੇ ਜਿਹੜੇ ਇਕੱਠੇ ਹੋਏ। ਚਲੋ ਨੈਕਸਟ ਟਾਪਿਕ ਜਿਹੜਾ ਆਪਣੇ ਕੋਲ ਆਣਾ ਬੇਟਾ, ਐਸਾ ਚ ਟਾਪਿਕ ਆਪਣਾ ਬਣਦਾ ਇਸ ਤੋਂ ਬਾਅਦ ਲੀਨੀਅਰ ਮੈਗਨੀਫਿਕੇਸ਼ਨ। नेक्स्ट हैगा लीनियर मैग्निफिकेशन प्रोड्यूस्ड बाय अ लेंस। जिदा मिरर दे अंदर ਆਪਾਂ ਕੀਤਾ ਸੀਗਾ ਕਿ ਵੀ ਮਿਰਰ ਦੇ ਨਾਲ ਆਪਾਂ ਲੀਨੀਅਰ ਮੈਗਨੀਫਿਕੇਸ਼ਨ ਆ ਤੇ ਸੇਮ ਲੈਂਸ ਵਿੱਚ ਕਿੱਥੇ ਫਰਕ ਆ ਤੇ ਸਿਰਫ ਇੱਕ ਥਾਂ ਤੇ ਫਾਰਮੂਲੇ 'ਚ ਫਰਕ ਆਣਾ ਉਹ ਸਮਝ ਲਿਓ। ਮੈਗਨੀਫਿਕੇਸ਼ਨ ਜਦੋਂ ਡਿਫਾਈਨ ਕਰਦੇ ਆ ठीक है, that always to be the ratio of height of an image to the height of object. On the other side it is the ratio of a distance of an image to the distance of object. ਹੁਣ ਉੱਚ ਪੁੱਤ ਫਰਕ ਇਹ ਸੀਗਾ ਕਿ ਜਦੋਂ ਐਸਐਚ ਇਹੀ ਮੈਗਨੀਫਿਕੇਸ਼ਨ ਮਿਰਰ ਲਈ ਸੀਗੀ ਨਾ ਇਹ ਤੇ ਇੱਕ ਮਾਈਨਸ ਸਟੈਂਡ ਕਰਦੀ ਸੀ। ਜਦੋਂ ਆਪਾਂ ਰੀਅਲ ਲਈ ਜਦੋਂ ਆਪਾਂ ਵਰਚੁਅਲ ਇਮੇਜ ਲਈ ਇਹਨੂੰ ਰਿਲੇਸ਼ਨ ਨੂੰ ਡਿਸਕਸ ਕੀਤਾ ਸੀ ਉਹ ਚ ਇੱਕ ਮਾਈਨਸ ਹਮੇਸ਼ਾ ਬਚਦੀ ਸੀ, ਇਹ ਚੋਂ ਮਾਈਨਸ ਨਹੀਂ ਆ। ਹੁਣ ਜੇ ਇਹੀ ਚੀਜ਼ ਨੂੰ ਆਪਾਂ ਇੱਥੇ ਸਾਈਨ ਲਗਾਣੇ ਆ ਰੀਅਲ ਇਮੇਜ ਵਾਸਤੇ, ਜੇ ਇਹਨੂੰ ਰੀਅਲ ਇਮੇਜ ਵਾਸਤੇ ਆਪਾਂ ਡਿਫਾਈਨ ਕਰਕੇ ਚੱਲੀਏ ਤੇ ਆਪਣੇ ਕੋਲ ਕੇਸ ਇਹ ਹੋਏਗਾ ਕਿ ਰੀਅਲ ਇਮੇਜ ਦੋ ਸਾਈਨ ਤੇ ਪਹਿਲਾਂ ਪੱਕੇ ਡਿਫਾਈਨ ਕਰ ਦਿਓ। ਆਬਜੈਕਟ ਡਿਸਟੈਂਸ ਹਮੇਸ਼ਾ 네ਗੇਟਿਵ ਆ, ਆਬਜੈਕਟ ਦੀ ਹਾਈਟ ਹਮੇਸ਼ਾ ਪੋਜ਼ਿਟਿਵ ਆ, ਇਹ ਦੋ ਸਾਈਨ ਤੇ ਐਸ ਸੱਚ ਹੀ ਰਹਿਣੇ ਆ। ਜੇ ਰੀਅਲ ਇਮੇਜ ਆ ਰੀਅਲ ਇਮੇਜ ਹਮੇਸ਼ਾ ਪੁੱਠੀ ਬਣਨੀ ਆ ਤੇ ਰੀਅਲ ਇਮੇਜ ਹਮੇਸ਼ਾ ਲੈਂਸ ਦੇ ਦੂਜੀ ਸਾਈਡ ਬਣਨੀ ਆ। ਇਹਦਾ ਮਤਲਬ v ਹਮੇਸ਼ਾ ਪਲੱਸ ਚ ਹੋਏਗਾ ਤੇ h2 ਰੀਅਲ ਵਾਸਤੇ ਮਾਈਨਸ ਹੋਏਗਾ। ਓਵਰਆਲ ਗਿਣਾ ਤੇ ਦੋ ਮਾਈਨਸ ਇਨਵੋਲਵਡ ਹੋਈਆਂ ਜਿਹਦੇ ਕਰਕੇ ਰਿਜ਼ਲਟ ਮੇਰਾ ਪੋਜ਼ਿਟਿਵ ਦੇ ਵਿੱਚ ਹੀ ਬਣਿਆ ਰਹੇਗਾ। ਯਾਨੀ ਇਸ ਕੇਸ ਦੇ ਅੰਦਰ m ਲਿਖਾਂ ਤੇ ਫਾਰਮੂਲਾ ਆਪਣੇ ਕੋਲ ਹੋਏਗਾ -h2 +h1 ਇਕੁਅਲ ਟੂ कहता जी प्लस v ओवर माइनस u। यानी आ फॉर्मूला मेरे को एसएच स्टैंड करेगा जे रियल इमेज आ। क्या इना क्लियर आ? Yes, sir. Yes, sir. Yes. जे वर्चुअल इमेज होएगी जे वर्चुअल इमेज होएगी आ दो साइन च कोई चेंज नहीं आनी। ऑब्जेक्ट डिस्टेंस नेगेटिव आ, ऑब्जेक्ट दी हाइट पॉजिटिव आ। ठीक है, जे रियल वर्चुअल इमेज है वर्चुअल सेम साइड ते हुई ਆਪਾਂ ਬਣਾ ਕੇ ਦਿਖਾਈ ਸੀ सेम साइड ਬਣਦੀ ਆ ਔਰ वर्चुअल इमेज हमेशा इरेक्ट ਬਣਦੀ ਆ। ਇਸ ਲਈ ਉਸ ਕੇਸ ਦੇ ਅੰਦਰ ਤੁਹਾਡੇ ਕੋਲ ਜਿਹੜਾ SHV ਆ ਉਹ 네ਗੇਟਿਵ ਤੇ H1 ਤੁਹਾਡੇ ਕੋਲ ਪੋਜ਼ਿਟਿਵ ਆ। ਠੀਕ ਹੈ, ਤੇ ਜੇ ਮਿਰਰ ਨਾਲ ਕੰਪੇਅਰ ਕਰੋ ਮਿਰਰ ਵਾਲੇ ਕੇਸ 'ਚ ਆਪਣੇ ਕੋਲ ਕੀ ਸੀ ਇੱਕ ਵਾਰੀ ਤਿੰਨ 네ਗੇਟਿਵ ਸੀ ਇੱਕ ਵਾਰੀ ਇੱਕ 네ਗੇਟਿਵ ਸੀ, ਓਵਰਆਲ ਰਿਜ਼ਲਟ 네ਗੇਟਿਵ 'ਚ ਸੀਗਾ। ਇਹ 'ਚ ਮੇਰੇ ਕੋਲ ਦੋਨੋਂ ਵਾਰੀ ਦੋ ਦੋ 네ਗੇਟਿਵ ਸਾਈਨ ਹੀ ਆ ਰਿਹਾ ਜਿਹਦੇ ਕਰਕੇ ਇਹਦਾ ਰਿਜ਼ਲਟ ਜਿਹੜਾ ਹੋਏਗਾ m ਦਾ ਉਹ ਆਪਣੇ ਕੋਲ ਆ ਜਾਏਗਾ ਜੀ +h2 ਓਵਰ +h1 ਇਕੁਅਲ ਟੂ -v ਓਵਰ -u। यानी आ मेरे को फॉर्मूला एसएच कहना जी स्टैंड करेगा जे मेरे को वर्चुअल इमेज आ। क्या इना क्लियर है? Yes, Yes, sir. ਇਹ 'ਚ ਕੋਈ ਸਾਈਨ ਦੇ ਰਿਲੇਟਡ ਡਾਊਟ ਹੋਵੇ ਤੇ ਇੱਕ ਵਾਰੀ ਜ਼ਰੂਰ ਬੋਲ ਦਿਓ ਬੇਟਾ। क्लियर आ? Yes, sir. yes, sir. ਇਸੇ ਵੇ ਨਾ ਇਹਦਾ ਫਾਰਮੂਲਾ ਆਪਾਂ ਜਿਹੜਾ ਐਸਐਚ ਜਿਹਦਾ ਮਿਰਰ 'ਚ ਡਰਾਈਵ ਕੀਤਾ ਸੀਗਾ ਉਹੀ ਪੇਅਰ ਮੈਥਡ ਹੋਏਗਾ। ਜੇ ਇਹਨੂੰ u ਤੇ f ਦੀ ਫਾਰਮ 'ਚ ਤੇ v ਤੇ f ਦੇ ਫਾਰਮ 'ਚ ਬਣਾਣਾ ਤੇ ਆਪਾਂ ਇਹਨੂੰ ਇਥੋਂ ਡਿਫਾਈਨ ਕਰਦੇ we know that 1/v minus 1/u equal to 1/f। ਤੇ ਜੇ ਸਾਰੀ ਇਕੁਏਸ਼ਨ ਨੂੰ v ਨਾਲ ਮਲਟੀਪਲਾਈ ਕਰ ਲਈਏ ਤੇ ਆਪਣੇ ਕੋਲ ਟਰਮ ਆ ਜਾਏਗੀ 1 minus v/u equal to v/f। और आप इथे डिफाइन करते पे v/u ਜਿਹੜਾ ਉਹ m ਆ। ਇਹਦਾ ਮਤਲਬ ਆ ਟਰਮ ਰੀਅਰੇਂਜ ਕਰ ਲਓ 1 v/f ਜਿਹੜਾ v/u ਆ ਜਾਊ ਮੀਨ m ਆ ਜਾਏਗਾ। देयरफॉर m ਦਾ ਫਾਰਮੂਲਾ ਆਪਣਾ ਬਣ ਜਾਣਾ f v/f। ਇਹ f ਤੇ v ਦੀ ਫਾਰਮ ਚ ਤੁਹਾਡੇ ਕੋਲ ਮੈਗਨੀਫਿਕੇਸ਼ਨ ਦਾ ਫਾਰਮੂਲਾ ਆ ਜਾਊ। ਕਲੀਅਰ ਹੈ ਬੱਚੇ?
Yes, sir. Yes, sir. इसे वे ना सेकंड फार्मूला बन जाएगा और ना डिफाइन कर लो 1 by v minus 1 by u equal to 1 by f ठीक है जी ते जे v ਦੀ ਥਾਂ ਤੇ u ਨਾਲ ਮਲਟੀਪਲਾਈ ਕਰ ਲਈਏ ਤੇ ਆਪਣੇ ਕੋਲ ਆ ਜਾਏਗਾ u by v minus 1 equal to u by f ठीक है टर्म रीअरेंज करिए तो u by v अपने को आ जाएगा u by f plus 1 ठीक है टर्म रिवर्स करो अपने को टर्म इतने बन जाएगी जे टर्म ए तो रिवर्स करिए अपनी टर्म आ जाएगी u by v equal to u plus f by f ते m v by u नु कहने पे फार्मूला रिवर्स हो जाएगा इधर आ गया v by u equal to f over f plus u और v by u मेरा m डिफाइंड हो जाएगा यानी अनदर फार्मूला जेड़ा m लिए आ जाएगा therefore m दा सेकंड फार्मूला आ जाएगा f over f plus u क्या आ क्लियर है Yes, sir. सो एज सच ਇਹਦੇ ਅੰਦਰ ਤੁਹਾਡੇ ਕੋਲ ਡਿਫਰੈਂਟ ਕੇसेस क्या ਇਹ ਕਲੀਅਰ ਨਾ ਸਾਰੇ Yes, Sir, sir. second step कैसे किया आपने? ਕਿਹੜਾ ਸੈਕਿੰਡ ਸਟੈਪ ਜੀ Sir, Sir, ਆ ਵਾਲਾ Yes, sir. ਤੁਸੀਂ u ਨਾਲ ਮਲਟੀਪਲਾਈ ਕਰਦੇ ਹੋ ਨਾ ਆਪਾਂ ਜਿੱਦਾਂ ਉੱਪਰ v ਨਾਲ ਮਲਟੀਪਲਾਈ ਕੀਤਾ u ਨਾਲ ਇਹਨੂੰ ਮਲਟੀਪਲਾਈ u ਨਾਲ ਇਹਨੂੰ ਕਰ ਦਿਓ ਇੱਥੇ u by v ਬਣ ਗਿਆ ਆ u by u ਮੇਰਾ 1 ਬਣ ਗਿਆ Okay, sir. ठीक है ना मुड़ के चाहिए मैंने u by v है क्योंकि ਇਹਦੇ हेल्प ਨਾਲ ਆਪਾਂ m बनाना इसलिए टर्म बाकी रीअरेंज कर लो Okay, sir. क्लियर है Okay, yes, sir. ਹੁਣ ਇਹਦੇ ਵਿੱਚ ਆ ਤੁਸੀਂ ਡਿਫਾਈਨ ਕਰੋਗੇ ਜੇ m ਦੀ ਵੈਲਿਊ ਮੈਨੂੰ +0.5 ਦਿੱਤੀ ਆ which type of lens and what type of image is to be there ਇਹ ਤੋਂ ਲੈਂਸ ਕਿਹੜਾ ਵਾ ਕਿੱਦਾਂ ਆਇਡੈਂਟੀਫਾਈ ਕਰੀਏ ਪਹਿਲਾ ਵਰਡ ਤੇ ਦੂਜਾ ਨੇਚਰ ਆਫ ਇਮੇਜ ਕੀ ਹੋਏਗੀ ਕਿੱਦਾਂ ਪਤਾ ਲੱਗੇਗਾ ਆਪਾਂ ਨੂੰ सब तो पहले नेचर ऑफ इमेज बोलूंगे हाँ जी बोलेगा कोई या ना virtual वर्चुअल बिल्कुल वर्चुअल किदा पता लग गया जी अपन वर्चुअल Positive. बिल्कुल मैं इन्ना क्या सी पुत एको चीज का ध्यान रख लियो m ਦਾ ਸਾਈਨ ਹਮੇਸ਼ਾ h2 ਵਾਲਾ ਆਣਾ ਵਾ ਕਿਉਂਕਿ h1 ਹਮੇਸ਼ਾ ਹੀ ਪੋਜ਼ਿਟਿਵ ਆ ठीक है H2 ਦਾ ਜੋ ਸਾਈਨ ਹੋਏਗਾ ਇਹ m ਦਾ ਸਾਈਨ ਆ H2 ਪੋਜ਼ਿਟਿਵ ਵਰਚੁਅਲੀ ਆ ਔਰ H2 네ਗੇਟਿਵ ਮੇਰੇ ਕੋ ਰੀਅਲ ਵਾਸਤੇ ਯਾਨੀ ਪਹਿਲਾ ਵਰਡ ਤੇ ਇਹ ਮਿਲ ਗਿਆ ਕਿ ਜਿਹੜੀ ਆਪਣੀ ਇਮੇਜ ਬਣਦੀ ਪਈ ਆ ਉਹ ਇਮੇਜ ਵਰਚੁਅਲ ਆ ਹੁਣ ਵਰਚੁਅਲ ਇਮੇਜ ਕਨਵੈਕਸ ਵੀ ਬਣਾਉਂਦਾ ਤੇ ਵਰਚੁਅਲ ਕਨਕੇਵ ਵੀ ਬਣਾਉਂਦਾ ਇਹ ਕਿਹੜਾ ਲੈਂਸ ਆ concave ਬਿਲਕੁਲ ਜੀ ਆਪਾਂ ਕਿਹਾ ਸੀ ਜੇ ਕਨਵੈਕਸ ਵਰਚੁਅਲ ਬਣਾਊਗਾ ਨਾ ਉਹ ਇਮੇਜ ਦੀ ਹਾਈਟ ਆਬਜੈਕਟ ਤੋਂ ਵੱਡੀ ਹੋਏਗੀ ठीक है ते m ਦੀ ਵੈਲਿਊ ਗ੍ਰੇਟਰ ਦੈਨ 1 ਹੋਏਗੀ ਇਸ ਲਈ ਜੇ m ਦੀ ਵੈਲਿਊ ਪੋਜ਼ਿਟਿਵ ਆ ਇਮੇਜ ਵਰਚੁਅਲ ਆ ਔਰ ਉਹ ਵਰਚੁਅਲ ਕਨਵੈਕਸ ਨੇ ਬਣਾਈ ਕਿ ਕਨਕੇਵ ਨੇ ਬਣਾਈ ਉਹ m ਦੀ ਵੈਲਿਊ ਦੱਸੂਗੀ ਇਸ ਵੇਲੇ m ਦੀ ਵੈਲਿਊ ਜਿਹੜੀ ਆ ਉਹ 1 ਤੋਂ ਲੈਸਰ ਆ ਇਮੇਜ ਛੋਟੀ ਆ ਆਬਜੈਕਟ ਵੱਡਾ ਵਾ ਤੇ ਜੇ ਇਮੇਜ ਛੋਟੀ ਹੋਵੇ ਤੇ ਉਹ ਕਨਕੇਵ ਲੈਂਸ ਬਣਾਏਗਾ ਕੀ ਆ ਚੀਜ਼ ਕਲੀਅਰ ਆ Yes, sir. Yes, sir. Yes, sir. रिवर्स केस ले लो जे m दी वैल्यू +5.0 आ जाए ते दमल वर्चुअल आ बट लेंस में कुल कन्वेक्स आ जाएगा क्लियर आ Yes, sir. Yes, sir. ये m दी वैल्यू मेरी माइनस चा भावे 0.5 आ ते भावे मेरे कोल m दी वैल्यू -5.0 कोई आ जाए बेटा ठीक है ते भावे मेरे कोल एदी वैल्यू एग्जैक्ट 1.0 आ जाए ठीक है ये तिन्ना दे तिन्ना केसेस दे अंदर माइनस साइन दा मतलब इमेज रियल आ ठीक है तो रियल इमेज सिर्फ और सिर्फ मेरे को एज सच कन्वेक्स लेंस ने बनानी है जे मेरे को एदी जेडी m वैल्यू आ वो लेस देन 1 आ इमेज स्मॉल साइज होएगी ठीक है जे ग्रेटर देन 1 आ इमेज मेरे को लार्ज साइज होएगी जे इक्वल टू 1 आ ते मतलब ऑब्जेक्ट मेरा 2f ते होएगा क्योंकि जदों ऑब्जेक्ट 2f ते रखदे आ ठीक है उस इंस्टेंट ते ऑब्जेक्ट ते इमेज सेम साइज दे बनदे आ इनी गल क्लियर सर 2f Yes, ਕਿਵੇਂ sir. ਡਿਫਾਈਨ ਕਰਦੇ ਉਹ ਤੇ ਜਦੋਂ ਆਪਾਂ ਲੈਂਸ ਲੈਨੇ ਆ ਆਪਾਂ ਕਿਹਾ ਸੀ ਜੀ ਲੈਂਸ ਦੀਆਂ ਡਿਫਰੈਂਟ ਲੋਕੇਸ਼ਨ ਲਈਏ ਨਾ ਜਦੋਂ ਲੈਂਸ ਦੇ ਆਬਜੈਕਟ ਤੁਸੀਂ 2f ਲੋਕੇਸ਼ਨ ਤੇ ਰੱਖਦੇ ਹੋ ਤੇ ਇਹਦੀ ਇਮੇਜ ਵੀ ਦੂਜੇ ਪਾਸੇ ਜਿਹੜੀ ਆ ਐਗਜ਼ੈਕਟ 2f ਤੇ ਬਣਦੀ ਤੇ ਸੇਮ ਸਾਈਜ਼ ਚ ਬਣਦੀ ਆ ਇਸ ਲਈ ਜਦੋਂ ਇਮੇਜ ਸੇਮ ਸਾਈਜ਼ ਚ ਬਣਦੀ ਹੈ ਨਾਲ ਆਬਜੈਕਟ ਤੇ ਇਮੇਜ ਉਦੋਂ ਦੋਨੋਂ ਦੇ ਦੋਨੋਂ ਜਿਹੜੇ ਨੇ ਉਹ ਲੈਂਸ ਦੇ 2f ਪੋਜੀਸ਼ਨ ਤੇ ਹੁੰਦੇ ਆ ਕਲੀਅਰ ਆ ਯੈਸ ਸਰ ਚਲ
ਤੇ ਜੇ ਮੇਰੇ ਕੋਲ ਐਸ ਸੱਚ ਹੁਣ ਇੱਥੋਂ ਚੱਲਾਂ ਕਿ ਵੀ ਆਹ ਚੀਜ਼ ਹੈਗੀ ਆ ਮਾਈਨਸ ਵਾਲੀ ਹੈ ਨਾ, ਤੇ ਇੱਥੋਂ ਤੁਸੀਂ ਡਿਫਾਈਨ ਕਰ ਸਕਦੇ ਕਿ ਵੀ ਆਬਜੈਕਟ ਜਿਹੜਾ ਮੇਰੇ ਕੋਲ ਆ ਉਹ 2f ਦੇ ਪਿੱਛੇ ਆ ਕਿ 2f ਦੇ ਅੱਗੇ, ਉਹਨੂੰ ਆਪਾਂ ਐਸ ਸੱਚ ਡਿਫਾਈਨ ਕਰ ਸਕਦੇ। ਜਦੋਂ ਛੋਟੀ ਇਮੇਜ ਆ ਇਵਨ ਆਬਜੈਕਟ ਮੇਰਾ 2f ਦੇ ਬੈਕ ਆ, ਜਦੋਂ ਇਮੇਜ ਦੀ ਸਾਈਜ਼ ਜਿਹੜਾ ਵਾ ਉਹ ਵੱਡਾ ਵਾ ਇਵਨ ਇਮੇਜ ਉਸ ਆਬਜੈਕਟ ਉਸ ਵੇਲੇ ਜਿਹੜਾ ਮੇਰੇ ਕੋਲ ਆ ਉਹ 2f ਤੇ f ਦੇ ਇਨ ਬਿਟਵੀਨ। क्या आप वैल्यूज तो तुसी नेचर ऑफ इमेज ते नेचर ऑफ लेंस आइडेंटिफाई करना समझ सके हो? Yes, sir. Yes, sir. Yes, sir. ये च कोई डाउट हैगा? No, sir. चल इथे रोकांगा जी अपना एस एच लेंस फार्मूला, ठीक है, ते मैग्नीफिकेशन